ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ? ਉਸ ਤੋਂ ਪਹਿਲਾਂ ਜਿਹੜੇ ਕੁਝ ਫੇਸਬੁੱਕ ਮੈਸੇजेस ਨੇ ਉਹਨਾਂ ਦੀ ਤੇ ਚਰਚਾ ਕਰਦੇ ਜੀ। ਹਰਕੀਰਤ ਸਿੰਘ ਲਿਖਦੇ ਨੇ, ਡਾਕਟਰ ਸਾਹਿਬ, ਵਿਲ ਇਟ ਇਫੈਕਟ ਦੋਜ਼ ਆਲਰੇਡੀ ਫਾਈਲਡ ਪੋਲੀਟੀਕਲ ਅਸਾਈਲਮ? ਵੈਰੀ ਗੁੱਡ ਕੁਐਸਚਨ। ਮੈਂ ਸਮਝਦਾ ਵੀ ਹਾਲ ਦੀ ਘੜੀ ਅਜੇ ਇਮੀਡੀਏਟ ਇਫੈਕਟ ਤਾਂ ਨਹੀਂ ਹੋਏਗਾ। ਲੌਂਗ ਟਰਮ ਜੇ ਜਿਵੇਂ ਕਾਂਗਰਸ ਜਾਂ ਕੋਈ ਇਸ ਕਿਸਮ ਦੇ ਨਵੇਂ ਲੈਜਿਸਲੇਸ਼ਨ ਲੈ ਕੇ ਆਉਂਦੀ ਹੈ ਜਿਹਦੇ 'ਚ ਕਿ ਅਸਾਈਲਮ ਲੈਣ ਵਾਲਿਆਂ ਨੂੰ ਦਾ ਨੰਬਰ ਘਟਾ ਦੇਣ, ਹਾਲਾਂਕਿ ਕੋਈ ਕੋਟਾ ਵੀ ਨਹੀਂ ਹੁੰਦਾ ਕਿ ਕੋਈ ਹੋਰ ਸਟਰਕਚਰ ਹੋਣ ਜਾਂ ਕੁਝ ਕੰਟਰੀਜ਼ ਤੇ ਪਾਬੰਦੀ ਲਾ ਦੇਣ, ਬਟ ਇਸ ਵੇਲੇ ਇਮੀਡੀਏਟਲੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਸਾਈਲਮ ਕੇਸਿਸ ਜਿਹੜੇ ਨੇ, ਕਿਉਂਕਿ ਜੁਡੀਸ਼ਰੀ ਇੰਡੀਪੈਂਡੈਂਟ ਹੈ ਇਸ ਮਾਮਲੇ 'ਚ, ਉਹਨਾਂ ਤੇ ਨਹੀਂ ਹੋਏਗਾ ਜਦੋਂ ਤੱਕ ਕੋਈ ਨਵੀਆਂ ਗਾਈਡਲਾਈਨਸ ਇਸ ਦੇ ਉੱਤੇ ਨਹੀਂ ਆਉਂਦੀਆਂ। ਮਨਦੀਪ ਸਿੰਘ ਲਿਖਦੇ ਨੇ, ਤੁਸੀਂ ਦੁਨੀਆ ਦਾ ਜਿਹੜਾ ਮਰਜ਼ੀ ਕੋਨੇ 'ਚ ਚਲੇ ਜਾਓ, ਤੁਹਾਡਾ ਇਹੀ ਹਾਲ ਹੈ। ਗਦਾਰ ਕੌਮ ਇਹ ਸਾਨੂੰ ਕਹਿ ਰਹੇ ਨੇ ਕਿ ਵੀ ਤੁਹਾਡਾ ਇਹੀ ਹਾਲ ਹੋਣਾ। ਚਲੋ ਜੀ, ਤੁਸੀਂ ਚੰਗਾ ਵਸੋ, ਵੈਸੇ ਜਾਲੀ ਜਿਹਾ ਬੰਦਾ ਲੱਗਦਾ ਹੈ ਮਨਦੀਪ ਸਿੰਘ ਜੀ। ਐਸ ਮੱਲੀ ਕਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਪ੍ਰਵਾਨ ਹੋਵੇ, ਬਹੁਤ ਬਹੁਤ ਸ਼ੁਕਰੀਆ। ਕੁਲਜੀਤ ਸਿੰਘ ਫਤਿਹ ਬੁਲਾਉਂਦੇ ਨੇ, ਬਲਹਾਰ ਸਿੰਘ ਕਿੰਗ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਕੁਲਦੀਪ ਸਿੰਘ ਖੰਭ, ਅਮਨਦੀਪ ਸਿੰਘ, ਨਿਊ ਏਅਰ ਆਫ ਹਿਟਲਰ ਇਜ਼ ਜਸਟ ਬਿਗਨ। ਬਿਲਕੁਲ ਠੀਕ ਕਿਹਾ ਇਹਨਾਂ ਨੇ। ਇਹ ਜਿਵੇਂ ਮੈਂ ਕਿਹਾ ਕਿ ਇਹ ਰਿਪਬਲਿਕਨ ਅਥੋਰੀਟੇਰੀਅਨਿਜ਼ਮ ਜਾਂ ਰਿਪਬਲਿਕਨ ਡਿਕਟੇਟਰਸ਼ਿਪ ਦਾ ਏਰਾ ਸ਼ੁਰੂ ਹੋਇਆ। ਹਰਪਾਲ ਸੋਲ, ਵੈਰੀ ਨਾਈਸ। ਕੰਵਰ ਮਹਿਮੂਦ, ਵੈਰੀ ਵੈਰੀ ਜੈਨੂਇਨ ਅਪਰੋਚ, ਸ਼ੁਕਰੀਆ। ਅਮਨਦੀਪ ਸਿੰਘ, ਪਰਮਜੀਤ ਸਿੰਘ, ਕਮਲ ਸੈਣੀ, ਮਲਕ ਨਵਾਜ਼, ਹਰਵਿੰਦਰ ਸਿੰਘ, ਜੈ ਸਿੰਘ ਧਾਲੀਵਾਲ, ਇਹ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕ ਸਿੰਘ ਸੰਦਰ, ਗ੍ਰੇਟ TV 84, ਬਹੁਤ ਸ਼ੁਕਰੀਆ। ਜੁਝਾਰ ਵਿਰਕ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਸਤਪਾਲ ਸਿੰਘ ਪੁਰੇਵਾਲ ਜੀ ਵੀ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਵਿੰਦਰ ਸਿੰਘ ਨਿੱਜਰ, ਵਾਟਸ ਦਾ ਫਿਊਚਰ ਆਫ ਮਾਈਨੋਰਟੀਜ਼ ਇਨ ਅਮਰੀਕਾ? ਬਲੰਡਰ ਫਿਊਚਰ ਮੇਰਾ ਖਿਆਲ ਹੈ ਵੀ ਅਸੀਂ ਆਲਰੇਡੀ ਜਦੋਂ ਜ਼ੀਨੋਫੋਬੀਆ ਹਰ ਇੱਕ ਲਈ ਨਫ਼ਰਤ ਹੁੰਦੀ ਹੈ ਤੇ ਫਿਰ ਜ਼ਾਹਰ ਹੈ ਕਿ ਜਿਹੜਾ ਵੀ ਟ੍ਰੈਂਡ ਇਸ ਵੇਲੇ ਸੁਸਾਇਟੀ ਦੇ ਵਿੱਚ ਚੱਲ ਰਿਹਾ ਹੈ ਇਹ ਮਾਈਨੋਰਿਟੀਜ਼ ਹੀ ਨਹੀਂ, ਹਰ ਕਿਸਮ ਦਾ ਹੀ ਜਿਹੜੇ ਕਲਰਡ ਲੋਕ ਨੇ। ਜੇ ਮੈਕਸੀਕਨ, ਹੁਣ ਜੇ 4 ਸਟੇਟਾਂ ਜਿਹੜੀਆਂ ਨੇ ਮੈਕਸੀਕੋ ਦੀਆਂ ਦੱਬੀਆਂ ਹੋਈਆਂ, ਅਮਰੀਕਾ ਨੇ, ਕੈਲੀਫੋਰਨੀਆ ਹੈ, ਨਿਊ ਮੈਕਸੀਕੋ ਹੈ, ਟੈਕਸਸ ਹੈ, ਕੋਲੋਰਾਡੋ ਹੈ, ਤੇ ਜੇ ਮੈਕਸੀਕਨਸ ਜਿਹੜੇ ਨੇ ਉਹ ਰੇਪਿਸਟ ਔਰ ਕ੍ਰਿਮੀਨਲ ਔਰ ਇਸ ਕਿਸਮ ਦੇ ਨੇ, ਔਰ ਮੁਸਲਮਾਨਾਂ ਲਈ ਜਿਹੜੇ ਇੱਥੇ ਕਿੰਨੀ ਪਰਸੈਂਟੇਜ ਨੇ ਔਰ ਕਿਵੇਂ ਜਿਹੜਾ ਇਹਨਾਂ ਦੇ ਨਾਲ ਸਾਊਦੀ ਅਰੇਬੀਆ ਔਰ ਇਹਨਾਂ ਨਾਲ ਇਹਨਾਂ ਦੀ ਡੀਲ ਹੈ, ਉਹਨਾਂ ਦਾ ਆਇਲ ਜਿਹੜਾ ਹੈ ਸਸਤੇ ਭਾਅ ਲੈਂਦੇ ਰਹੇ ਨੇ, ਉਹਨਾਂ ਪ੍ਰਤੀ ਇਹਨਾਂ ਦੀ ਇਹ ਅਪਰੋਚ ਹੈ। ਈਵਨ ਨੈਟੋ ਯੂਰਪ ਦੇ ਵਿੱਚ ਕਿ ਜੀ ਇਹ ਕੋਈ ਲੋੜ ਨਹੀਂ ਹੈ ਸਾਨੂੰ ਇਹਦੇ ਪੈਸੇ ਅਸੀਂ ਕਿਉਂ ਦੇਈਏ। ਹਾਂ, ਰਸ਼ੀਆ ਨਾਲ ਸੰਬੰਧ ਜਿਹੜੇ ਓਬਾਮਾ ਦੇ ਵਿਗੜੇ, ਓਬਾਮਾ ਉਹ ਜ਼ਰੂਰ ਸੁਧਰਨਗੇ। ਔਰ ਇਹ ਵੀ ਇੱਕ ਕੰਸਪੀਰੇਸੀ ਥਿਊਰੀ 'ਚ ਚੱਲ ਰਿਹਾ ਕਿ ਜਿਸ ਤਰੀਕੇ ਨਾਲ ਵਿਕੀ ਲੀਗਸ ਜਾਂ ਜੂਲੀਅਨ ਅਸਾਂਜੇ ਤੋਂ ਇਲਾਵਾ ਵੀ ਜਿਹੜਾ ਸਨੋਡਨ, ਜਿਵੇਂ ਕੁਝ ਈਮੇਲਸ ਲੀਕ ਕੀਤੀਆਂ ਗਈਆਂ ਹਿਲਰੀ ਦੇ ਪਰਸਨਲ ਸਰਵਰ ਦੀਆਂ, ਕਿ ਇਹ ਰਸ਼ੀਅਨ ਕੰਸਪੀਰੇਸੀ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਮਾਈਨੋਰਟੀਜ਼ ਦੇ ਲਈ ਇਹ ਕੋਈ ਬਹੁਤ ਜਿਹੜਾ ਠੀਕ ਮਾਹੌਲ ਇਮੀਡੀਏਟਲੀ ਨਹੀਂ ਲੱਗਦਾ ਜੀ। ਦੂਸਰਾ ਇਸ਼ੂ ਜਿਹੜਾ ਅਸੀਂ ਬਹੁਤ ਵਾਰ ਜਦੋਂ RSS ਦੀ ਗੱਲ ਕਰਦੇ ਹਾਂ ਕਿ ਵੀ ਉਹਨਾਂ ਕੋਲ ਕਿਵੇਂ 80-90 ਸਾਲ ਦਾ ਨੈਟਵਰਕ ਹੈ, ਕਿਵੇਂ ਉਹਨਾਂ ਨੇ ਭਾਰਤ ਦੇ ਵਿੱਚ ਪੋਲੀਟੀਕਲ ਪਾਵਰ ਤੱਕ ਉਹ ਪਹੁੰਚੇ, ਪੰਜਾਬ ਦੇ ਵਿੱਚ ਕਿਵੇਂ 12,000 ਤੋਂ ਜ਼ਿਆਦਾ ਪਿੰਡਾਂ 'ਚ ਉਹਨਾਂ ਨੇ ਆਪਣੀ ਪਹੁੰਚ ਬਣਾਈ ਹੈ ਜੀ। ਪਰ ਅਸੀਂ ਇਹ ਸਮਝਦੇ ਹਾਂ ਵੀ ਅਮਰੀਕਾ ਇੱਕ ਸਟੇਜ ਸੀ ਕਿ ਉੱਥੇ 2004 'ਚ ਜਿਹੜਾ ਇਹ ਮੰਦਰਾਂ ਦੇ ਵਿੱਚ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦੇ ਸੀ, ਔਰ ਉਦੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਔਰ ਸ਼ਾਇਦ ਕਿਰਪਾਲ ਸਿੰਘ ਬਡੂੰਗਰ ਜਿਹੜੇ ਹੁਣ ਪ੍ਰਧਾਨ ਬਣੇ ਨੇ, ਇਹ 1-2 ਚੰਗੇ ਕੰਮ ਜਿਹੜੇ ਬਡੂੰਗਰ ਪੀਰੀਅਡ ਦੇ ਨੇ, ਨਾਨਕਸ਼ਾਹੀ ਕੈਲੰਡਰ ਵਾਲਾ ਵੀ, ਉਦੋਂ ਇਹ ਹੁਕਮਨਾਮਾ ਸੀ ਕਿ ਵੀ ਇਹ ਨਹੀਂ ਲਿਜਾ ਸਕਦੇ ਔਰ ਉਦੋਂ ਰੋਕਿਆ ਗਿਆ ਸੀ। ਹੁਣ ਹੋਰ ਤਰੀਕੇ ਲੱਭ ਲਏ ਨੇ ਉਹਨਾਂ ਨੇ, RSS ਨੇ। ਉੱਥੇ ਬਾਦਲ ਨੇ ਜਿਸ ਅੰਦਾਜ਼ ਜੋ ਸਰਬੱਤ ਖਾਲਸੇ ਦਾ ਈਵਨ ਇਕੱਠ ਨਾ ਹੋਣ ਦੇਣਾ ਔਰ ਇਹ ਸਾਰੇ ਨੂੰ ਕੀਤਾ। ਪਰ ਹੁਣ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਪਹਿਲਾਂ ਵੀ ਥੋੜ੍ਹਾ ਜਿਹਾ ਹਲਕਾ ਜਿਹਾ ਅਟੈਂਪਟ ਸੀ, ਪਰ ਮੋਦੀ ਸਰਕਾਰ ਬਣਨ ਤੋਂ ਬਾਅਦ ਹੁਣ ਪਿਛਲੇ ਸਮੇਂ 'ਚ ਅਸੀਂ ਦੇਖ ਰਹੇ ਹਾਂ ਕਿ ਬੜਾ ਡਿਟਰਮਿੰਡ ਐਫਰਟ ਹੈ RSS ਦਾ ਸਾਰੇ ਗੁਰਦੁਆਰਿਆਂ 'ਚ ਹੀ ਪਹੁੰਚ ਕਰਨ ਦਾ। ਹੁਣ ਤੁਸੀਂ ਪੁੱਛੋ ਕਿ ਕਿਵੇਂ ਸਾਰੇ ਗੁਰਦੁਆਰਿਆਂ 'ਚ ਪਹੁੰਚ ਕਰਨਗੇ। ਅੱਜ ਸਾਡੇ ਬਹੁਤ ਵੱਡੇ ਹਿੱਸੇ ਦੀ ਕਮਜ਼ੋਰੀ ਪਾਸਪੋਰਟ ਤੇ ਵੀਜ਼ਾ ਹੈ। ਉਸ ਦੇ ਲਈ ਅਸੀਂ ਪੰਥ ਵੇਚਣ ਨੂੰ ਤਿਆਰ ਹੋ ਜਾਂਦੇ।
ਔਰ ਇਹ ਇੱਕ ਨੋਨ ਫੈਕਟ ਹੈ ਕਿ ਵੀ ਜਿਹੜੇ ਲੋਕ ਅਸਾਈਲਮ ਵਾਲੇ ਨੇ, ਜਿਨ੍ਹਾਂ ਨੂੰ ਲਈ ਹੈ ਅਸਾਈਲਮ, ਭਾਵੇਂ ਉਹ ਸਿਟੀਜ਼ਨ ਤੱਕ ਵੀ ਪਹੁੰਚ ਜਾਂਦੇ ਨੇ, ਉਹਨਾਂ ਨੂੰ ਵੀਜ਼ਾ ਨਹੀਂ ਦਿੰਦੇ। ਔਰ ਵੈਸੇ ਤੁਸੀਂ $3500 ਦੇ ਉੱਤੇ ਸੌਦੇ, 3500 ਤੋਂ 5000 ਦਾ ਭਾਅ ਬਣਦਾ, ਏਜੰਟ ਛੱਡੇ ਹੋਏ ਨੇ, ਉਹ ਤੁਹਾਨੂੰ ਵੀਜ਼ਾ ਲਵਾ ਦਿੰਦੇ ਨੇ, ਪਾਸਪੋਰਟ ਵੀ ਤੁਹਾਨੂੰ ਮਿਲ ਜਾਂਦਾ, ਘਰੇ ਬੈਠੇ ਲੈ ਲੈਂਦੇ ਹੋ। ਔਰ ਲੋਕਾਂ ਦੀ ਖੱਜਲ ਖੁਆਰੀ ਹੁਣ ਏਜੰਸੀਆਂ ਨੂੰ ਅੱਗੇ ਦੇ ਦਿੱਤਾ ਹੋਇਆ। ਔਰ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਜਿੱਥੇ ਕੋਈ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕਾਂ ਦੇ ਨਾਲ ਉਹਨਾਂ ਦੇ ਅੰਦਰੂਨੀ ਸਿਸਟਮ ਦੀ ਟੀਸਿਟੀ ਹੈ, ਕਿਉਂਕਿ ਰਾਸ਼ਟਰੀ ਸਿੱਖ ਸੰਗਤ ਦਾ ਵੀ ਇੱਥੇ ਪਸਾਰ ਹੈ, ਜਦੋਂ ਬਾਦਲ ਦੇ ਨਾਲ ਹੀ ਰਲੇ ਹੋਏ ਨੇ, ਬਾਦਲਕਿਆਂ ਦਾ ਗੁਰਦੁਆਰਿਆਂ ਦੇ ਵਿੱਚ ਪ੍ਰਭਾਵ ਕਿਤੇ ਨਾ ਕਿਤੇ ਹੈਗਾ ਹੁਣ। ਔਰ ਇਹ ਬੇਸ਼ੱਕ ਨੋਨ ਤਾਂ ਪਹਿਲਾਂ ਤੋਂ ਹੀ ਹੈ, ਪਰ ਇਸ ਨੂੰ ਕਿਉਂਕਿ ਸਾਡੇ ਵੀਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਨੇ, ਉਹਨਾਂ ਨੇ ਕਨੈਟੀਕਟ ਤੋਂ ਸਾਨੂੰ ਲਿਖਿਆ 1 to 1 ਵੀ ਪਿੱਛੇ ਸਾਡੇ ਸਟੂਡੀਓ ਆਏ, ਜਦੋਂ ਕਿ ਉੱਥੋਂ ਵੀਰ ਜਸਵਿੰਦਰ ਸਿੰਘ ਆਏ ਨੇ ਆਸਟ੍ਰੇਲੀਆ ਤੋਂ, ਉਹਨਾਂ ਦੇ ਨਾਲ ਹੀ ਉਹ ਆਏ, ਸ਼ਹੀਦ ਬੇਅੰਤ ਸਿੰਘ ਦੇ ਬੇਟੇ। ਔਰ ਉਹਨਾਂ ਨੇ ਹੁਣ ਇਹ ਲਿਖਤ ਦੇ ਵਿੱਚ ਵੀ ਕਿਹਾ ਕਿ ਵੀ ਐਡਰੈਸ ਕਰਕੇ ਕਿ ਨਾਟ ਸ਼ੋਰ ਇਫ ਯੂ ਕੈਨ ਰੇਜ਼ ਦਿਸ ਇਸ਼ੂ ਇਨ ਸੱਚੋ ਸੱਚ, ਬਟ ਐਜ਼ ਏ ਗੁਰੂ ਘਰ ਦਾ ਕੁੱਕਰ ਇਟਸ ਮਾਈ ਡਿਊਟੀ ਟੂ ਅਵੇਅਰ ਸੰਗਤ ਵਟਸ ਗੋਇੰਗ ਔਨ ਸੋ ਦੇ ਕੈਨ ਬੀ ਮੋਰ ਕੇਅਰਫੁਲ ਐਂਡ ਵੀ ਕੈਨ ਸਟੇ ਅਵੇ ਫਰਮ ਇੰਟਰਨਲ ਕਲੈਸ਼ਿਜ਼ ਵਿਦ ਇਨ ਦਾ ਕਮਿਊਨਿਟੀ। ਰਿਗਾਰਡ ਸਵਰਨਜੀਤ ਸਿੰਘ ਖਾਲਸਾ, ਕਨੈਟੀਕਟ। ਉਹਨਾਂ ਨੇ ਕਿਹਾ ਜੀ ਮੈਨੂੰ ਨਹੀਂ ਪਤਾ ਤੁਸੀਂ ਇਸ ਨੂੰ ਡਿਸਕਸ ਕਰੋਗੇ ਸੱਚੋ ਸੱਚ ਕਿ ਨਹੀਂ, ਪਰ ਇੱਕ ਗੁਰੂ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਮੇਰਾ ਇਹ ਫਰਜ਼ ਹੈ ਕਿ ਮੈਂ ਇਹ ਤੁਹਾਡੇ ਨੋਟਿਸ ਲਿਆਵਾਂ ਔਰ ਸੰਗਤ ਦੇ, ਤਾਂ ਕਿ ਆਉਣ ਵਾਲੇ ਸਮੇਂ ਜਿਹੜਾ ਇਸ਼ੂ ਇੱਕ ਟਕਰਾਅ ਦਾ ਕਾਰਨ ਬਣ ਸਕਦਾ ਹੈ ਉਸ ਨੂੰ ਰੋਕਿਆ ਜਾਏ। ਔਰ ਇਹਨਾਂ ਦੀ ਲਿਖਤ ਦਾ ਵਿਸ਼ਾ RSS ਪਲਾਨਸ ਟੂ ਸੈਟ ਅਪ ਆਫਿਸਿਸ ਇਨ ਸਿੱਖ ਟੈਂਪਲਸ ਆਲ ਓਵਰ ਅਮਰੀਕਾ, ਕਿ ਸਾਰੇ ਗੁਰਦੁਆਰਿਆਂ ਦੇ ਵਿੱਚ ਉਹ RSS ਆਪਣੇ ਜਿਹੜਾ ਉਹ ਦਫ਼ਤਰ ਬਣਾ ਰਹੀ ਹੈ ਕੌਂਸੂਲੇਟਸ ਦੇ ਉਸ ਛਤਰੀ ਦੇ ਥੱਲੇ। ਰਾਸ਼ਟਰੀ ਸਵੈਮ ਸੇਵਕ ਸੰਘ which operates as an umbrella organization and is trying to make India as a Hindu country. Mohan Bhagwat, RSS leader, said in open that by 2020 we want to declare India as Hindu nation. Also they believe Sikhs are part of Hindus and trying to convince Sikhs to believe the same. Now with new Prime Minister of India, Modi, who belongs to BJP political party, has given full immunity to RSS within boundaries of India. For the information, BJP is political branch of RSS. ਉਹਨਾਂ ਨੇ ਕਿਹਾ ਜੀ ਮੋਦੀ ਉਹਨਾਂ ਦਾ ਹੁਣ ਪ੍ਰਾਈਮ ਮਿਨਿਸਟਰ ਬਣਿਆ ਔਰ BJP ਜਿਹੜੀ ਆ RSS ਦਾ ਹੀ ਉਹਨਾਂ ਦੀ ਸਿਆਸੀ ਜਮਾਤ ਹੈ। ਔਰ ਮੋਹਨ ਭਾਗਵਤ ਨੇ ਸ਼ਰੇਆਮ ਇਹ ਕਿਹਾ ਹੋਇਆ ਹੈ ਕਿ 2020 ਤੱਕ ਉਹ ਹਰ ਇੱਕ ਨੂੰ ਹਿੰਦੂ ਬਣਾ ਦੇਣਗੇ। Sikh community in America and outside India has been working hard for betterment of Sikh nation and within last few years they have achieved tremendous success। ਕਿ ਸਿੱਖ ਕੌਮ ਨੇ ਬਹੁਤ ਮਿਹਨਤ ਕੀਤੀ ਹੈ ਅਮਰੀਕਾ ਔਰ ਇਹ ਸਾਰੀਆਂ ਥਾਵਾਂ ਤੇ, ਔਰ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਨੂੰ ਬੜੀ ਕਾਮਯਾਬੀ ਮਿਲੀ ਹੈ। Sikhs have got political representation in Canada and America at huge level and trying to aware globe about Sikh causes like Sikh homeland and how religious freedom of Sikhs is being violated every day in India। ਕਿ ਸਿੱਖਾਂ ਨੇ ਪੋਲੀਟੀਕਲ ਲੌਬੀ ਦੇ ਨਾਲ US ਕਾਂਗਰਸ ਦੇ ਵਿੱਚ ਵੀ, ਕੈਨੇਡਾ 'ਚ ਵੀ ਪੋਲੀਟੀਕਲੀ ਜਿੱਥੇ ਸਿੱਖ ਹੋਮਲੈਂਡ ਦੇ ਕੇਸ ਨੂੰ ਅੱਗੇ ਤੋਰਿਆ, ਉੱਥੇ ਭਾਰਤ ਦੇ ਵਿੱਚ ਰੋਜ਼ਾਨਾ ਸਿੱਖਾਂ ਨਾਲ ਕੀ ਵਾਪਰ ਰਿਹਾ ਹੈ ਇਸ ਬਾਰੇ ਵੀ ਜਾਗਰੂਕਤਾ ਪੈਦਾ ਕੀਤੀ ਹੈ। Indian consulate, which is one of the face of Indian government, is trying to come in our Gurdwara Sahibs and using an excuse that they will help in his visa application, etc. ਵੈਸੇ ਇਹ ਮੂਵ ਕੈਲੀਫੋਰਨੀਆ 'ਚ ਸਟਾਕਟਨ ਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ ਵੀ ਸੀ ਔਰ ਥੋੜੇ ਬਹੁਤ ਕਮੇਟੀ ਮੈਂਬਰ ਵੀ ਰਾਜ਼ੀ ਕਰ ਲਏ ਸੀ। ਉਹਨਾਂ ਨੇ ਕਿਹਾ ਜੀ ਆਪਣੇ ਜੋ ਬੰਦੇ ਖੱਜਲ ਖੁਆਰ ਹੁੰਦੇ ਨੇ ਜਾ ਕੇ ਕੌਂਸਲੇਟਾਂ, ਚਲੋ ਐਤਵਾਰ ਜਾਂ ਸੈਚਰਡੇ 2 ਘੰਟੇ ਕੌਂਸਲੇਟ ਵਾਲੇ ਆਣਗੇ, ਕੰਮ ਹੋ ਜਾਣਗੇ ਲੋਕਾਂ ਦੇ। ਸੋ ਮਕਸਦ ਇਹੀ ਸੀ ਕਿ ਇੱਕ ਵਾਰੀ ਤੁਸੀਂ ਫੁੱਟ ਹੋਲਡ ਬਣਾ ਲਓ। ਹੋਰ ਰਿਕਰੂਟਮੈਂਟ ਕੀ ਹੁੰਦੀ ਹੈ, ਤੁਸੀਂ ਜੇ ਔਰ ਇੱਕ ਤੁਹਾਨੂੰ ਪਤਾ ਲੱਗ ਜਾਂਦਾ ਚੱਲ ਕੀ ਰਿਹਾ, ਫਿਰ ਤੁਹਾਡਾ ਕਮਿਊਨਿਟੀ ਦੇ ਵਿੱਚ ਤੁਹਾਡੇ ਪੈਰ ਅੜ ਗਏ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਮੂਵ ਹੈ ਇਹ ਫਿਰ ਚੱਲ ਰਿਹਾ ਕਿ ਗੁਰਦੁਆਰਿਆਂ 'ਚ ਆ ਕੇ ਵੀਜ਼ਾ ਐਪਲੀਕੇਸ਼ਨ ਦੇ ਹਵਾਲੇ ਨਾਲ ਜਿਹੜਾ ਉਹ ਇਨਫਿਲਟਰੇਟ ਕਰ ਰਹੇ ਨੇ। ਇਨ ਰਿਐਲਿਟੀ ਦੇ ਜਸਟ ਵਾਂਟ ਟੂ ਸੈਟ ਅਪ and plant their agents in every Gurdwara Sahib so that they can get proper reporting of all the Sikh activities and also to show to the world that Sikhs are vital part of India। ਹੁਣ ਜਦੋਂ ਜੇ ਤੁਹਾਡੇ ਗੁਰਦੁਆਰੇ ਦੇ ਵਿੱਚ ਕੌਂਸੂਲੇਟ ਦਾ ਦਫ਼ਤਰ ਖੁੱਲ੍ਹਦਾ ਹੈ ਜਾਂ ਆਉਂਦਾ, ਫਿਰ ਕੀ ਮੈਸੇਜ ਹੈ ਕਿ ਜੀ ਤੁਸੀਂ ਤਾਂ ਇੰਡੀਆ ਦਾ ਹਿੱਸਾ ਹੀ ਹੋ। ਸਿੱਖ ਤਾਂ ਦੇਖੋ ਉਹਨਾਂ ਦੇ ਤਾਂ ਗੁਰਦੁਆਰਿਆਂ 'ਚ ਕੌਂਸੂਲੇਟ ਬੈਠੇ ਨੇ, ਤਾਂ ਇੰਡੀਆ ਨੇ, ਇਹ ਭਾਰਤ ਤੋਂ ਵੱਖ ਨਹੀਂ ਹੈਗੇ। ਆਫਟਰ ਵਰਕਸ਼ਾਪਸ they want to gain the confidence of weak Sikhs and want to brainwash them that demand of Sikh homeland is not appropriate and they should stop that demand। ਇੱਕ ਪਾਸੇ ਜਸੂਸੀ, ਇੱਕ ਪਾਸੇ ਬਾਹਰ ਪਬਲਿਕ ਇਮੇਜ ਕਿ ਜੀ ਸਾਡਾ ਪਾਰਟ ਨੇ, ਤੇ ਜਿਹੜੇ ਮਾੜੇ ਮੋਟੇ ਜਿਹੜੇ ਨੇ ਤਿੜਕੇ ਹੋਏ ਸਿੱਖ ਨੇ ਉਹਨਾਂ ਨੂੰ ਇਹ ਕਨਵਿੰਸ ਕਰਵਾਉਣਾ ਕਿ ਇਹ ਖਾਲਿਸਤਾਨ ਸਿੱਖ ਹੋਮਲੈਂਡ ਤੁਹਾਡਾ ਕੱਪ ਆਫ ਟੀ ਨਹੀਂ ਹੈ, ਇਸ ਤੋਂ ਤੁਸੀਂ
Kheda Chhadao. I'll urge Gurdwara committees to not allow them set up their workshops in Gurdwara premises, and if they really want to help, they can just help people in various embassy offices when people go to them and set up workshop in some hotel. ਇਹ ਬਿਲਕੁਲ ਠੀਕ ਹੈ ਗੱਲ, ਇਹਦੇ 'ਚ ਕੋਈ ਕਿ ਵੀ ਤੁਸੀਂ ਉਹਨਾਂ ਨੂੰ ਜਾਂ ਤਾਂ ਉੱਥੇ ਆਪਣੇ ਕੌਂਸੂਲੇਟ 'ਚ ਰੱਖ ਲਓ, ਅਨਾਊਂਸਮੈਂਟ ਕਰ ਦਿਓ ਕਿਸੇ ਨੇ ਮਦਦ ਲੈਣੀ ਹੈ ਚਲਾ ਜਾਏ। ਹੋਟਲ ਨੇ ਤੁਹਾਡੇ ਕੋਲ ਇੰਨੇ ਰਿਸੋਰਸ ਨੇ, ਤੁਸੀਂ ਗੁਰਦੁਆਰਿਆਂ 'ਚ ਆ ਕੇ ਕੀ ਮੈਸੇਜ ਦੇਣਾ ਚਾਹੁੰਦੇ? ਔਰ ਇੱਕ ਗੱਲ ਜਿਹੜੀ ਉਹਨਾਂ ਨੇ ਇਹ ਬਿਲਕੁਲ ਠੀਕ ਕਿਹਾ, ਫਿਰ ਵੀ ਜਦੋਂ ਤੁਸੀਂ ਇਹ ਕਹੋਗੇ ਆਪਣੀ ਕਹਿਣਗੇ ਲਓ ਜੀ ਜੇ ਭਲਾ ਹੁੰਦਾ ਹੈ ਉਹ ਤੁਹਾਡਾ ਕੁਝ ਕਰਨਾ ਚਾਹੁੰਦੇ ਨੇ, ਗੁਰਦੁਆਰੇ 'ਚ ਆ ਕੇ ਤੁਹਾਨੂੰ ਵੀਜ਼ਾ ਤੁਸੀਂ ਉਹ ਵੀ ਲੈ ਕੇ ਰਾਜੀ ਨਹੀਂ, ਤੁਸੀਂ ਹਰ ਗੱਲ ਨੂੰ ਅਪੋਜ਼ ਕਰਨਾ। ਉਹਦੇ ਲਈ ਉਹਨਾਂ ਨੇ ਕਿਹਾ ਜੀ ਚਲਾ ਇੰਡੀਅਨ ਕੌਂਸੂਲੇਟ ਨੂੰ ਇਹ ਸਵਾਲ ਤਾਂ ਪੁੱਛ ਲਓ। I'll urge Sangat to ask why Indian consulate members told congressmen of USA that there is no need of Sikh caucus. According to Indian consulate, which works under Indian constitution and believe in section 25B that Sikhs are Hindus, they also told congressmen that we are taking care of Sikhs, but when Sikhs died in Wisconsin, Sikh temple attack, no action was taken by embassy or consulate that hate crimes don't occur on Sikhs. ਇਹ ਬਿਲਕੁਲ ਫੈਕਟ ਹੈ। ਇਹ ਅਨੁਪਮਾ ਰਾਓ ਸ਼ਾਇਦ ਉਹ ਐਂਬੈਸਡਰ ਸੀ ਇੱਥੇ, ਔਰ ਜੂਡੀ ਚੌ ਜਿਹੜੀ ਪਹਿਲੀ ਚੇਅਰ ਸੀ ਸਿੱਖ ਕਾਕਸ ਦੀ, ਉਹਨੂੰ ਜਾ ਕੇ ਮਿਲੇ, ਉਹਨੂੰ ਕਹਿੰਦੇ ਜੀ ਇੱਥੇ ਆਲਰੇਡੀ ਕਾਂਗਰਸ ਦੇ ਵਿੱਚ ਇੰਡੀਅਨ ਕਾਕਸ ਐਗਜ਼ਿਸਟ ਕਰਦੀ ਹੈ, ਤੁਸੀਂ ਸਿੱਖ ਕਾਕਸ ਕਿਉਂ ਬਣਾਉਣਾ ਚਾਹੁੰਦੇ ਹੋ? ਸਿੱਖ ਤਾਂ ਸਾਡਾ ਹਿੱਸਾ ਨੇ। ਉਹਨੇ ਕਿਹਾ ਜੀ ਸਾਡੇ ਕੰਸਟੀਟਿਊਐਂਟ ਚਾਹੁੰਦੇ ਨੇ, ਸਿੱਖ ਚਾਹੁੰਦੇ ਨੇ ਕਿ ਵੀ ਅਸੀਂ ਆਪਣੇ ਇੰਟਰਸਟ ਸਿੱਖ ਕਾਕਸ ਥੱਲੇ ਪ੍ਰੋਟੈਕਟ ਕਰਨੇ ਨੇ, ਕਿਉਂਕਿ ਇੰਡੀਅਨ ਕਾਕਸ ਉਹਨਾਂ ਦੇ ਇੰਟਰਸਟ ਪ੍ਰੋਟੈਕਟ ਨਹੀਂ ਕਰਦੇ। ਜਿਵੇਂ ਇਹਨਾਂ ਨੇ ਵਿਸਕੌਨਸਨ ਦੀ ਗੱਲ ਕੀਤੀ ਹੈ, ਵਿਸਕੌਨਸਨ ਛੱਡੋ 9/11 ਤੋਂ ਬਾਅਦ, ਔਰ ਇਹ ਗੱਲ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਦੇ ਮੈਂਬਰ ਸੀ, ਉਹਨਾਂ ਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਜਦੋਂ 9/11 ਹੋਇਆ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇੰਡੀਅਨ ਐਂਬੈਸੀਜ਼ ਔਰ ਦੂਸਰੇ ਬਾਹਰ ਤੁਸੀਂ ਐਡ ਸਪੇਸ ਬਾਏ ਕਰੋ ਮੇਜਰ ਚੈਨਲਸ ਤੇ, ਤੁਸੀਂ ਦੱਸੋ ਸਿੱਖ ਕੌਣ ਨੇ, ਵੀ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਤੁਹਾਡੇ ਗਵਰਨਮੈਂਟ ਲੈਵਲ ਤੇ। ਉਹ ਤਾਂ ਉਹਨਾਂ ਨੇ ਐਕਟ ਕੀ ਕਰਨਾ ਸੀ, ਇਸ ਦੇ ਉਲਟ ਜੇ ਪ੍ਰੈਜ਼ੀਡੈਂਟ ਓਬਾਮਾ ਦਰਬਾਰ ਸਾਹਿਬ ਜਾਣਾ ਚਾਹੁੰਦਾ ਸੀ, ਔਰ ਇਨਸਾਈਡ ਸਾਡੀ ਇਨਫੋਰਮੇਸ਼ਨ ਹੈ ਬਿਲਕੁਲ ਆਈਟਨਰੀ ਬਣੀ ਹੋਈ, ਓਬਾਮਾ ਨੇ ਦਰਬਾਰ ਸਾਹਿਬ ਜਾਣਾ ਸੀ, ਪਿੰਗਲਵਾੜਾ ਵਿਜ਼ਿਟ ਕਰਨਾ ਸੀ, ਉੱਥੇ ਵੀ ਜਿਹੜਾ ਆਰਗੈਨਿਕ ਫਾਰਮ ਹੈ ਪਿੰਗਲਵਾੜੇ ਦਾ ਉਸ ਦਾ ਪੂਰਾ ਉਹਨਾਂ ਨੇ ਕਰ ਲਈ ਹੋਈ ਸੀ, ਐਂਬੈਸੀ ਨੇ ਉਹਨਾਂ ਦੀ ਨੇ ਡੀਟੇਲ। ਫਿਰ ਉਹਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਇੰਟਰੈਕਟ ਕਰਨਾ ਸੀ ਸਟੂਡੈਂਟਸ ਦੇ ਨਾਲ, ਔਰ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਕਿਹਾ ਵੀ ਇਹ ਪ੍ਰੈਜ਼ੀਡੈਂਟ ਅਮਰੀਕਾ ਦਾ ਦਰਬਾਰ ਸਾਹਿਬ ਤੇ ਸਿੱਖਾਂ ਨੂੰ ਤਾਂ ਅਸੀਂ ਉਹੀ ਹਿੰਦੂ ਬਣਾਇਆ ਹੋਇਆ। ਉਹਨਾਂ ਨੇ ਜਿਹੜੀਆਂ ਨੇ ਉਹ ਵਿੱਚ ਖੜੀਆਂ ਕਰਨੀਆਂ ਢੁੱਚਣਾ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਕਿਹਾ ਜੀ ਅਸੀਂ ਸਿਕਿਉਰਿਟੀ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ, ਓਪਨ ਸਪੇਸ ਹੈ, ਕੋਈ ਸਨਾਈਪਰ ਫਾਇਰ ਹੋਏਗਾ, ਕੋਈ ਦੂਜਾ, ਉਦੋਂ ਦਰਬਾਰ ਸਾਹਿਬ ਬੰਦ ਕਰ ਦਿਓ ਉਦੋਂ ਓਬਾਮਾ ਨੇ ਜਾਣਾ, ਬਾਕੀ ਲੋਕਾਂ ਲਈ ਖੁੱਲਾ ਨਾ ਹੋਵੇ। ਕਿਹਨੇ ਬੰਦ ਕਰਨਾ ਸੀ? ਸੋ ਉਹਨਾਂ ਨੇ ਹੀ ਸੈਬੋਟਾਜ ਕੀਤੀ, ਕਿਉਂਕਿ ਜਦੋਂ ਅਸੀਂ ਇੱਥੇ ਗਿਲਾ ਕੀਤਾ ਇਹਨਾਂ ਨੂੰ ਕਿ ਪ੍ਰੈਜ਼ੀਡੈਂਟ ਓਬਾਮਾ ਨੇ, ਉਹਨਾਂ ਨੇ ਕਿਹਾ ਜੀ ਇਹ ਦਿਸ ਇਜ਼ ਨਾਟ ਅਵਰਸ, ਇਹ ਹੁਣ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ, ਬਟ ਦੈਟਸ ਵਾਟ ਹੈਪਨਡ। ਇਹ ਇਹਨਾਂ ਨੇ ਫਿਰ ਇਹ ਲਿਖਦੇ ਨੇ ਸਵਰਨਜੀਤ ਸਿੰਘ, ਆਸਕ ਇੰਡੀਅਨ ਕੌਂਸੂਲੇਟ ਦੈਟ ਵਾਈ ਵੀਜ਼ਾ ਆਰ ਡਿਨਾਈਡ ਟੂ ਫੈਮਲੀਜ਼ ਆਫ ਪੋਲੀਟੀਕਲ ਅਸਾਈਲੀਜ਼ if they directly approach you and when they pay $3,500 bribe they can get the visa, ਕਿ ਵੀ ਤੁਸੀਂ ਉਹਨਾਂ ਨੂੰ ਵੈਸੇ ਵੀਜ਼ਾ ਨਹੀਂ ਦਿੰਦੇ ਜੀ, ਤੇ $3500 ਰੱਖੇ ਏਜੰਟ ਛੱਡੇ ਹੋਏ ਨੇ ਦਲਾਲ ਹਰ ਕੌਂਸੂਲੇਟ ਦੇ, ਜਿੰਨੇ ਇਹਨਾਂ ਦੇ 8-10 ਕੌਂਸੂਲੇਟ ਅਮਰੀਕਾ 'ਚ ਨੇ, 7-8 ਸ਼ਾਇਦ, ਸਭ 'ਚ ਦਲਾਲ, ਔਰ ਹਰ ਇੱਕ ਨੂੰ ਪਤਾ ਹੈ ਇਹ ਜੀ $3500 ਦੇ ਦਿਓ, ਪਾਸਪੋਰਟ ਲੈ ਲਓ, ਵੀਜ਼ਾ ਲੈ ਲਓ, ਅਗਲੇ ਦਿਨ ਦਾ ਵੀਜ਼ਾ ਲੈ ਲਓ। ਫਿਰ ਇਹਨਾਂ ਨੇ ਪੁੱਛਿਆ, ਆਸਕ ਵਾਈ ਵੀਜ਼ਾ ਨਾਟ ਗਿਵਨ ਟੂ ਪੀਪਲ ਹੂ ਆਰ ਵਰਕਿੰਗ ਔਨ ਖਾਲਿਸਤਾਨ ਇਨ ਪੀਸਫੁਲ ਵੇ ਅੰਡਰ ਯੂਨਾਈਟਿਡ ਨੇਸ਼ਨਸ ਲਾਅ ਇਫ ਇੰਡੀਆ ਇਜ਼ ਏ ਡੈਮੋਕ੍ਰੈਟਿਕ ਕੰਟਰੀ। ਜੇ ਡੈਮੋਕ੍ਰੈਟਿਕ ਕੰਟਰੀ ਹੈ, ਕੋਈ ਪੀਸਫੁਲੀ ਕਰਦਾ ਵੀ, ਅਸੀਂ ਕਿਉਂ ਡਿਨਾਈ ਕਰਦੇ ਹੋ? ਉਹ ਤਾਂ ਉਹਨਾਂ ਨੇ ਤੁਹਾਨੂੰ ਵੀਜ਼ਾ ਕੀ ਦੇਣਾ ਹੈ, ਜੇ ਦਿੱਤਾ ਹੈ। ਭਾਈ ਰੇਸ਼ਮ ਸਿੰਘ ਗਏ ਨੇ ਉੱਥੇ ਸਰਬੱਤ ਖਾਲਸਾ ਅਟੈਂਡ ਕਰਨ ਲਈ, ਤੇ ਉਹਨਾਂ ਨੇ ਦੇਸ਼ ਧਰੋਹ ਦੇ ਕੇਸ ਥੱਲੇ ਪੁਲਿਸ ਰਿਮਾਂਡ ਲੈ ਕੇ ਜੇਲ੍ਹ 'ਚ ਭੇਜ ਦਿੱਤਾ। ਫਿਰ ਇਹਨਾਂ ਨੇ ਪੁੱਛਿਆ, ask why even after so many protests against Indian consulate and why even after hundreds of memorandums given to them by Sikh youth and other Sikh human rights groups, no request has been transferred to India. For example, Sikh political prisoners issues, 1984 Sikh genocide, culprits issues which are still not behind bars, political asylum, Sikhs identity। ਉਹਨਾਂ ਨੇ ਇਹ ਸਾਰਾ ਕਿਹਾ। ਉਹਨਾਂ ਨੇ ਕਿਹਾ ਜੀ ਇੱਕ ਪਾਸੇ ਤਾਂ ਇਹ ਹੈ ਕਿ ਵੀ ਇਹਨਾਂ ਨੂੰ ਪੁੱਛੋ ਕਿ ਤੁਹਾਨੂੰ ਇੰਨੇ ਮੈਮੋਰੈਂਡਮ ਦਰਜਨਾਂ ਦਿੱਤੇ ਨੇ, ਔਰ ਦੂਸਰੇ ਤੁਸੀਂ ਕਦੇ ਵੀ ਉਸ ਦੇ ਉੱਤੇ ਨੋਟਿਸ ਨਹੀਂ ਲਿਆ, ਔਰ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦਾ ਇਸ਼ੂ ਹੈ ਜਿਹਦੇ 'ਚ ਬਾਪੂ ਸੂਰਤ ਸਿੰਘ ਵਰਤਤੇ ਨੇ, ਜਿਹੜਾ ਸਿੱਖ ਜੈਨੋਸਾਈਡ ਵਾਲਿਆਂ ਨੂੰ ਜਿਹੜਾ ਸਜ਼ਾ ਦੇਣੀ ਹੈ, ਔਰ ਇਸੇ ਤਰ੍ਹਾਂ ਜਿਹੜਾ ਸਿੱਖ ਆਈਡੈਂਟੀਟੀ ਇਸ਼ੂਜ਼, ਉਹਨਾਂ ਨੇ ਤਾਂ ਸਗੋਂ ਵੱਧ ਤੋਂ ਵੱਧ ਬਦਨਾਮ ਕਰਨ ਦਾ ਰੱਖਿਆ ਹੋਇਆ ਆਲਵੇਜ਼। ਕੋਈ ਉੱਥੇ ਘਟਨਾ ਹੁੰਦੀ ਹੈ ਨਹੀਂ ਹੁੰਦੀ, ਇੱਥੇ ਇਹਨਾਂ ਦੇ ਮੀਡੀਆ 'ਚ ਖਬਰਾਂ ਪਲਾਂਟ ਕੀਤੀਆਂ ਹੁੰਦੀਆਂ ਨੇ, ਔਰ ਇਹਨਾਂ ਨੇ ਅਖੀਰ 'ਚ ਕਿਹਾ ਕਿ ਇਫ ਦੇ ਹੈਵ ਨੋ ਆਨਸਰ then they don't deserve to use our religious place of worship for their benefits, for making money in forms of fees. Sikh Gurdwara Prabandhak Committee's failure to understand these policies of Indian government will result
in more fights among Sikh groups within Gurdwaras and will deviate Sikhs from their goal to achieve independence। ਅਸੀਂ ਵੀਰ ਸਵਰਨਜੀਤ ਸਿੰਘ ਜੀ ਦੇ ਹਰ ਸ਼ਬਦ ਦੇ ਨਾਲ ਸਹਿਮਤ ਹੈ। ਹਾਲਾਂਕਿ ਇਹਨਾਂ ਨੇ ਥੋੜਾ ਪੋਲਾਈਟ ਕਿਹਾ, ਅਸੀਂ ਵਿਦਨ ਕਮਿਊਨਿਟੀ ਨਹੀਂ ਹੋਏਗਾ। ਕੱਲ ਨੂੰ ਜਿਹੜੇ ਇੰਡੀਅਨ ਕੌਂਸੂਲੇਟ ਦੇ ਬੰਦੇ ਆ ਕੇ ਬੈਠਦੇ ਨੇ, ਜੇ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਤੇ ਇਹਦੇ ਲਈ ਫਿਰ ਇਹ ਗੁਰਦੁਆਰਾ ਕਮੇਟੀਆਂ ਜ਼ਿੰਮੇਵਾਰ ਹੋਣਗੀਆਂ। ਇਹ ਜਿਹੜੀ ਗੈਰ ਸਿੱਖ ਕਾਰਵਾਈ ਹੈ ਕਿ ਤੁਸੀਂ ਗੁਰਦੁਆਰੇ 'ਚ ਲਿਆ ਕੇ ਇੰਡੀਅਨ ਏਜੰਸੀਆਂ ਦੇ ਜਸੂਸ ਬਿਠਾ ਦਿਓ, ਉਹ ਤੁਹਾਡੀ ਜਿਹੜੀ ਹੈ ਰੀਕੀ ਵੀ ਕਰਨ ਔਰ ਤੁਹਾਡੇ ਲੋਕਾਂ ਨੂੰ ਵੀ ਵਰਗਲਾਉਣ, ਡਰਾਉਣ ਔਰ ਪੈਸੇ ਵੀ ਖਾਣ, ਇਹ ਬਿਲਕੁਲ ਐਕਸੈਪਟੇਬਲ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਅਸੀਂ, ਔਰ ਉਹਨਾਂ ਨੇ ਚੰਗਾ ਕੀਤਾ ਕਿਸੇ ਉਹਨਾਂ ਨੇ ਕਮੇਟੀ ਦਾ ਨਾਂ ਨਹੀਂ ਲਿਆ ਹੈ। ਅਸੀਂ ਵੀ ਇਹ ਸਮਝਦੇ ਹਾਂ ਕਿ ਇਹ ਜਨਰਲ ਗਾਈਡਲਾਈਨ ਸਿੱਖ ਸੰਗਤਾਂ ਲਈ ਅਵੇਅਰ ਨੇ, ਔਰ ਜਿੱਥੇ ਸਿੱਖ ਸੰਗਤ ਨੂੰ ਪਤਾ ਲੱਗਦਾ ਹੈ ਵੀ ਇਸ ਕਿਸਮ ਦੀ ਕਾਰਵਾਈ ਹੋ ਰਹੀ ਹੈ, ਫਿਰ ਜਿਹੜਾ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਇਹ ਰਸਤਾ ਗੁਰੂ ਨੇ ਸਾਨੂੰ ਦੱਸਿਆ ਹੋਇਆ ਹੈ। ਗੁਰਦੁਆਰਾ ਕਮੇਟੀਆਂ ਜ਼ਾਬਤੇ ਤੋਂ ਕੰਮ ਲੈਣ, ਸੰਜਮ ਤੋਂ ਕੰਮ ਲੈਣ, ਅਕਲ ਤੋਂ ਕੰਮ ਲੈਣ, ਇਮਾਨਦਾਰੀ ਤੋਂ ਕੰਮ ਲੈਣ, ਤੇ ਜੇ ਉਹ ਨਹੀਂ ਲੈਂਦੀਆਂ ਫਿਰ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਫਿਰ ਸਿੱਖ ਸੰਗਤਾਂ ਇਸ ਗੱਲ ਦੇ ਲਈ ਆਜ਼ਾਦ ਹੋਣਗੀਆਂ ਕਿ ਉਹ ਖਾਲਸਾਈ ਰਵਾਇਤਾਂ ਦੇ ਮੁਤਾਬਕ ਆਪਣੇ ਗੁਰਦੁਆਰਿਆਂ ਨੂੰ ਇਸ ਕਿਸਮ ਦੇ ਹਿੰਦੂਤਵੀ ਇਨਫਲੂਐਂਸ, ਇਸ ਕਿਸਮ ਦੇ ਇੰਡੀਅਨ ਇਨਫਲੂਐਂਸ ਤੋਂ ਜਿਹੜੀਆਂ ਨੇ ਉਹ ਆਜ਼ਾਦ ਕਰਨਗੇ। ਜੀ ਡਾਕਟਰ ਸਾਹਿਬ, ਬਿਲਕੁਲ ਡਾਕਟਰ ਸਾਹਿਬ, ਹੁਣ ਤੇ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਤੱਕ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਦਾ ਸ਼ਬਦ ਗੌੜੀ ਗੁਆਰੇਰੀ ਮਹੱਲਾ ਤੀਜਾ ਚੁਣਿਆ ਜੀ। ਸੋ ਕਿਉਂ ਵਿਸਰੈ ਜਿਸਕੇ ਜੀ ਪ੍ਰਾਨ, ਸੋ ਕਿਉਂ ਵਿਸਰੈ ਸਭ ਮਾਹੇ ਸਮਾਨ, ਜਿਤ ਸੇਵੀਐ ਦਰਗਹਿ ਪਤ ਪਰਵਾਨ, ਹਰ ਕੇ ਨਾਮ ਵਿਟੋਂ ਬਲ ਜਾਓ, ਤੂੰ ਵਿਸਰੈ ਤਦ ਹੀ ਮਰ ਜਾਓ ਰਹਾਓ। ਤਿਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ, ਤਿਨ ਤੂੰ ਵਿਸਰੈ ਜੇ ਦੂਜੈ ਭਾਏ, ਮਨਮੁਖ ਅਗਿਆਨੀ ਜੋਨੀ ਪਾਏ, ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ, ਜਿਨਾ ਪੋਤੈ ਪੁਨ ਸੇ ਗਿਆਨ ਵਿਚਾਰੀ, ਜਿਨਾ ਪੋਤੈ ਪੁਨ ਤਿਨ ਹਉਮੈ ਮਾਰੀ, ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਜੀ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਿਸ ਨੇ ਤੁਹਾਡੇ ਜੀ ਪ੍ਰਾਣ, ਤੁਹਾਡੇ ਵਜੂਦ, ਤੁਹਾਡੀ ਹੋਂਦ ਨੂੰ ਪੈਦਾ ਕੀਤਾ, ਖੜਾ ਕੀਤਾ, ਚਲਾ ਰਿਹਾ, ਸੋ ਕਿਉਂ ਵਿਸਰੇ, ਉਹ ਕਿਉਂ ਭੁੱਲ ਜਾਏ, ਉਹ ਰੱਬ ਕਿਉਂ ਭੁੱਲ ਜਾਏ ਜੋ ਸਭ ਮਾਹੇ ਸਮਾਨਾ, ਜਿਹੜਾ ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਔਰ ਜਿਸ ਨਿਰੰਕਾਰ ਦੀ ਯਾਦ ਵਿੱਚ ਜੁੜਿਆ, ਜਿਤ ਸੇਵੀਐ ਦਰਗਹਿ ਪਤ ਪਰਵਾਨਾ, ਜਿੱਥੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਪਤ ਸੇਤੀ ਘਰ ਜਾਓ, ਜਿੱਥੇ ਤੁਸੀਂ ਪਤ ਦੇ ਨਾਲ, ਇੱਜ਼ਤ ਦੇ ਨਾਲ, ਵਕਾਰ ਦੇ ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਸ ਉਜਲ ਮੁਖ ਦੇ ਨਾਲ ਜਾਓ, ਉਸ ਨੂੰ ਸੇਵ ਕੇ ਯਾਦ ਕਰਕੇ ਉਸ ਦੀ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ, ਪ੍ਰਵਾਨ ਹੋਈਦਾ। ਹਰ ਕੇ ਨਾਮ ਵਿਟੋਂ ਬਲ ਜਾਓ, ਤੂੰ ਵਿਸਰੈ ਤਦ ਹੀ ਮਰ ਜਾਓ। ਸਤਿਗੁਰੂ ਫਰਮਾਉਂਦੇ ਨੇ ਕਿ ਮੈਂ ਰੱਬ ਦੇ ਨਾਂ ਤੋਂ ਬਲਿਹਾਰ ਜਾਂਦਾ ਹੈ, ਔਰ ਜੇ ਉਹ ਵਿਸਰ ਜਾਏ ਤੇ ਮੈਂ ਮਰ ਜਾਂਦਾ, ਜਾਂ ਮੈਂ ਮਰ ਜਾ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ। ਜਿਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ, ਤਿਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ, ਤਿਨ ਤੂੰ ਵਿਸਰੈ ਜੇ ਦੂਜੈ ਪਾਏ, ਮਨਮੁਖ ਅਗਿਆਨੀ ਜੋਨੀ ਪਾਏ। ਹੁਣ ਜਦੋਂ ਨਿਰੰਕਾਰ ਨੂੰ ਸਰਬ ਸਮਰੱਥ ਅਸੀਂ ਸਮਝਦੇ ਹਾਂ, ਫਿਰ ਇਹ ਵੀ ਗੁਰੂ ਸਾਹਿਬ ਨੇ ਕਿਹਾ ਵੀ ਕਈ ਵਾਰ ਪਤਾ ਨਹੀਂ ਜਦੋਂ ਅਸੀਂ ਭੁੱਲਦੇ ਵੀ ਹਾਂ, ਇਹ ਵੀ ਉਸ ਹੁਕਮ ਦੀ ਖੇਡ ਹੁੰਦੀ ਹੈ। ਉਹੀ ਸ਼ਾਇਦ ਸਾਨੂੰ ਦੁਬਾਰਾ ਚੰਗੀ ਤਰ੍ਹਾਂ ਜੋੜਨ ਦੇ ਲਈ ਇੱਕ ਵਾਰ ਵਿਛੋੜਾ ਦਿੰਦਾ ਹੈ, ਜਿਹਨੂੰ ਤੂੰ ਆਪ ਭੁਲਾ ਦੇ। ਫਿਰ ਜਿਹਨੂੰ ਤੇਰੀ ਜਿਹਦੇ ਤੇ ਨਜ਼ਰ ਨਾ ਰਹੇ ਦੂਜੇ ਪਾਏ, ਉਹ ਹੋਰ ਚੀਜ਼ਾਂ ਦੇ ਵਿੱਚ ਗ੍ਰਸਤ ਹੋ ਜਾਂਦਾ ਹੈ, ਔਰ ਉਹ ਫਿਰ ਜਿਹੜਾ ਮਨਮੁਖ ਬਣ ਜਾਂਦਾ ਹੈ, ਅਗਿਆਨੀ ਬਣ ਜਾਂਦਾ ਹੈ, ਜਨਮ ਮਰਨ ਦੇ ਗੇੜ ਦੇ ਵਿੱਚ ਆ ਜਾਂਦਾ ਹੈ। ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ, ਇੱਕ ਮਨ ਹੈ ਖਾਸ ਗਿਆਨ, ਜਦੋਂ ਨਿਰੰਕਾਰ ਦਾ ਤਤ ਗਿਆਨ ਮਿਲ ਜਾਂਦਾ ਹੈ ਤੇ ਫਿਰ ਉਹ ਸਤਿਗੁਰੂ ਦੀ ਸੇਵਾ ਲੱਗਦੇ ਨੇ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਜਿਨ੍ਹਾਂ ਦੇ ਉੱਤੇ ਰੱਬ ਤੁੱਠਦਾ, ਦਾਤ ਕਰਦਾ, ਬਖਸ਼ਿਸ਼ ਕਰਦਾ, ਉਹ ਗੁਰੂ ਦੀ ਮੱਤ ਦੇ ਉੱਤੇ ਪਹਿਰਾ ਦਿੰਦੇ ਨੇ
ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਂਦੇ ਨੇ। ਚਤੇ ਪੈਰ ਅਨ ਦਿਨ ਰਾਤ ਉਹ ਰੱਬ ਦੀ ਯਾਦ ਵਿੱਚ ਜੁੜਦੇ ਨੇ। ਔਰ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ ਜਿਨ ਪੋਤੈ ਪੁੰਨ ਸੇ ਗਿਆਨ ਵਿਚਾਰੀ। ਪੋਤੈ ਸ਼ਬਦ ਆਇਆ ਪਰਸ਼ੀਅਨ ਚੋਂ, ਜਿਸ ਦਾ ਮਤਲਬ ਹੈ ਖਜ਼ਾਨਾ, ਪੱਲੇ, ਕਿ ਜਿਨ੍ਹਾਂ ਦੇ ਪੱਲੇ ਪੁੰਨ ਹੈ, ਰੱਬ ਨੇ ਜਿਨ੍ਹਾਂ ਨੂੰ ਚੰਗੇ ਕੰਮ ਵੱਲ ਲਾਣਾ, ਸੇ ਗਿਆਨ ਵਿਚਾਰੀ, ਉਹੀ ਉਸ ਗਿਆਨ ਦੇ ਉੱਤੇ ਵਿਚਾਰ ਕਰਦੇ ਨੇ, ਗਿਆਨ ਦੇ ਉੱਤੇ ਅਮੰਨਾ ਕਰਦੇ ਨੇ। ਜਿਨ੍ਹਾਂ ਪੋਤੈ ਪੁੰਨ ਤਿਨ ਹਉਮੈ ਮਾਰੀ, ਜਿਨ੍ਹਾਂ ਦੇ ਪੱਲੇ ਉਹ ਖਜ਼ਾਨਾ ਰੱਬ ਨੇ ਦਿੱਤਾ ਹੋਇਆ ਹੈ ਪੱਲੇ, ਉਹ ਹੀ ਹਉਮੈ ਨੂੰ, ਸੈਲਫ ਸੈਂਟਰਡ ਲਾਈਫ ਨੂੰ ਮਾਰ ਲੈਂਦੇ ਨੇ, ਉਸ ਤੋਂ ਛੁਟਕਾਰਾ ਪਾ ਲੈਂਦੇ ਨੇ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੇ ਉਸ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਦਾ ਰੱਤੇ ਹੋਏ ਨੇ, ਤਿਨ ਕੋ ਬਲਿਹਾਰੀ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹੈ, ਬਲਿਹਾਰ ਜਾਂਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।